ਬੱਚਿਓ ਅੱਜ ਦੀ BA 3rd ਸਮੈਸਟਰ ਦੀ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਲਾਸਟ ਲੈਕਚਰ ਸਾਡਾ ਟਿਊਜ਼ਡੇ ਨੂੰ ਲੱਗਿਆ ਸੀ। ਕੱਲ ਮੈਂ ਲੈਕਚਰ ਕਿਸੇ ਵਜ੍ਹਾ ਨਾਲ ਨਹੀਂ ਲੈ ਪਾਇਆ ਕਿਉਂਕਿ ਮੇਰਾ ਕੱਲ ਵੋਟਰ ਅਵੇਅਰਨੈਸ ਕੈਂਪ ਜਿਹੜਾ ਸੀਗਾ, ਇਸ ਕਰਕੇ ਮੈਂ ਲੈਕਚਰ ਜਿਹੜਾ ਸੀਗਾ ਉਹ ਨਹੀਂ ਲੈ ਪਾਇਆ ਸੀ। ਸੋ ਲਾਸਟ ਲੈਕਚਰ ਦੇ ਵਿੱਚ ਅਸੀਂ ਯੂਨਿਟਰੀ ਫੀਚਰਸ ਜਿਹੜੇ ਕਨਸਟੀਟਿਊਸ਼ਨ ਦੇ ਉਹ ਡਿਸਕਸ ਕੀਤੇ ਸੀ। ਉਹ ਸਾਡਾ ਕੁਐਸਚਨ ਬਣਦਾ ਸੀਗਾ ਕਿ ਇੰਡੀਆ ਇਜ਼ ਫੈਡਰਲ ਇਨ ਸਪਿਰਿਟ ਬਟ ਯੂਨਿਟਰੀ ਇਨ ਸਟਰਕਚਰ। ਮੈਂ ਤੁਹਾਨੂੰ ਉਦੋਂ ਦੱਸ ਰਿਹਾ ਸੀਗਾ ਯੂਨਿਟਰੀ ਇਨ ਸਟਰਕਚਰ ਕਿਸ ਤਰ੍ਹਾਂ ਹੈ। ਸਾਡੇ ਸੰਵਿਧਾਨ ਦੇ ਵਿੱਚ ਸੰਘਾਤਮਕ ਵਿਸ਼ੇਸ਼ਤਾਵਾਂ ਵੀ ਪਾਈਆਂ ਜਾਂਦੀਆਂ ਤੇ ਇਕਾਤਮਕ ਵਿਸ਼ੇਸ਼ਤਾਵਾਂ ਵੀ ਪਾਈਆਂ ਜਾਂਦੀਆਂ। ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਹੈ ਵਿਸ਼ੇਸ਼ਤਾਵਾਂ ਸਾਡੇ ਸੰਵਿਧਾਨ ਦੇ ਵਿੱਚ ਪਾਈਆਂ ਜਾਂਦੀਆਂ। ਇਸ ਕਰਕੇ ਜਿਹੜੇ ਸੰਵਿਧਾਨ ਵਕਤਾ ਹੈ ਜਾਂ ਜਿਹੜੇ ਸੰਵਿਧਾਨਿਕ ਵਿਸ਼ੇਸ਼ज्ञ ਹੈ ਉਹ ਇਹ ਮੰਨਦੇ ਹੈ ਕਿ ਜਿਹੜਾ ਸਾਡਾ ਸੰਵਿਧਾਨ ਹੈ ਅਗਰ ਉਹ ਸਪਿਰਿਟ 'ਚ ਆਪਾਂ ਗੱਲ ਕਰੀਏ ਤਾਂ ਉਹ ਫੈਡਰਲ ਹੈ, ਲੇਕਿਨ ਸਟਰਕਚਰ ਦੇ ਵਿੱਚ ਜਿਹੜਾ ਹੈ ਉਹ ਯੂਨਿਟਰੀ ਹੈ। ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਸਟਰੋਂਗ ਸੈਂਟਰ ਦੀ ਵਿਵਸਥਾ ਕੀਤੀ ਗਈ ਹੈ, ਇੱਕ ਬਹੁਤ ਮਜ਼ਬੂਤ ਕੇਂਦਰ ਦੀ ਵਿਵਸਥਾ ਕੀਤੀ ਗਈ ਹੈ, ਕਿਉਂਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੂੰ ਪਤਾ ਸੀ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਹੈ ਵੱਖ-ਵੱਖ ਜਾਤੀਆਂ, ਵੱਖ-ਵੱਖ ਧਰਮਾਂ, ਵੱਖ-ਵੱਖ ਧਰਮਾਂ ਨੂੰ ਜਿਹੜਾ ਹੈ ਮੰਨਣ ਵਾਲੇ ਲੋਕ ਰਹਿੰਦੇ ਹੈ। ਸੋ ਅਗਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਅਸੀਂ ਬਣਾਏ ਰੱਖਣਾ ਹੈ ਤਾਂ ਉਹਦੇ ਲਈ ਜਿਹੜਾ ਹੈਗਾ ਸਾਨੂੰ ਜਿਹੜੀ ਕੇਂਦਰ ਸਰਕਾਰ ਹੈ ਉਹਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਰੱਖਣਾ ਪਊਗਾ। ਹੁਣ ਇੰਡੀਆ ਦਾ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਕਿਤੇ ਨਹੀਂ ਜਿਹੜਾ ਸੰਘਾਤਮਕ ਸ਼ਬਦ ਦੀ ਵਰਤੋਂ ਕੀਤੀ ਗਈ। ਜਿਹੜੀ ਧਾਰਾ 1 ਹੈ ਭਾਰਤ ਦੇ ਸੰਵਿਧਾਨ ਦੀ, ਜਿਹੜੀ ਇਹ ਉਲੇਖ ਕਰਦੀ ਹੈ ਕਿ ਭਾਰਤ ਦੈਟ ਇਜ਼ ਇੰਡੀਆ ਸ਼ੈਲ ਬੀ ਯੂਨੀਅਨ ਆਫ ਸਟੇਟਸ। ਸੋ ਇਦਾਂ ਦੀ ਜਿਹੜੀ ਵਿਵਸਥਾ ਹੈ ਕੈਨੇਡਾ ਦੇ ਸੰਵਿਧਾਨ ਦੇ ਵਿੱਚ ਦੇਖਣ ਨੂੰ ਜਿਹੜੀ ਹੈ ਮਿਲਦੀ ਹੈ, ਜਿੱਥੇ ਯੂਨੀਅਨ ਸ਼ਬਦ ਦੀ ਜਿਹੜੀ ਵਰਤੋਂ, ਯੂਨੀਅਨ ਦਾ ਮਤਲਬ ਇੱਥੇ ਇਹ ਹੈ ਕਿ ਇੰਡੀਆ ਇੱਕ ਯੂਨੀਅਨ ਹੈ ਤੇ ਬਾਕੀ ਜਿਹੜੇ ਆ ਉਹਦੇ ਪਾਰਟਸ ਨੇ, ਜਿੱਦਾਂ ਸਟੇਟਸ ਹੋ ਗਈਆਂ, ਜਿੱਦਾਂ ਹਿਮਾਚਲ ਪ੍ਰਦੇਸ਼ ਹੋ ਗਿਆ, ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਕੇਰਲਾ ਹੋ ਗਿਆ, ਆਂਧਰਾ ਪ੍ਰਦੇਸ਼ ਹੋ ਗਿਆ। ਇਹ ਜਿਹੜੀਆਂ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਉਹ ਪਾਰਟਸ ਆਫ ਯੂਨੀਅਨ ਹੈ, ਸਟੇਟ ਨਹੀਂ ਹੈ, ਪ੍ਰਾਂਤਾਂ ਨਹੀਂ ਹੈ। ਅਸੀਂ ਪ੍ਰਾਂਤਾਂ ਜਾਂ ਸਟੇਟ ਇਹਨੂੰ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ। ਤੁਸੀਂ BA ਫਸਟ ਈਅਰ ਦੇ ਵਿੱਚ ਇੱਕ ਚੈਪਟਰ ਪੜ੍ਹਿਆ ਹੋਣਾ ਪ੍ਰਭੂਸੱਤਾ ਵਾਲਾ, ਉਹਦੇ ਵਿੱਚ ਸਟੇਟ ਵਾਲਾ ਚੈਪਟਰ ਪੜ੍ਹਿਆ ਹੋਣਾ, ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਦੋ ਤਰ੍ਹਾਂ ਦੀ ਪ੍ਰਭੂਸੱਤਾ ਦੀ ਜਿਹੜੀ ਹੈ ਗੱਲ ਕਰਦੇ ਹਾਂ, ਅੰਦਰੂਨੀ ਅਤੇ ਬਾਹਰੀ। ਠੀਕ ਹੈ। ਦੂਸਰੀ ਗੱਲ ਇੱਥੇ ਇਹ ਹੈ ਕਿ ਟੈਕਨੀਕਲੀ ਸਟੇਟ ਅਸੀਂ ਉਹਨੂੰ ਕਹਿੰਦੇ ਆ, ਟੈਕਨੀਕਲੀ ਰਾਜ ਉਸ ਸੰਸਥਾ ਨੂੰ ਕਿਹਾ ਜਾਂਦਾ ਹੈ ਜਿਹਦੇ ਕੋਲ ਪ੍ਰਭੂਸੱਤਾ ਹੋਣੀ। ਦੋਨੋਂ ਤਰ੍ਹਾਂ ਦੀ ਪ੍ਰਭੂਸੱਤਾ ਹੋਣੀ ਚਾਹੀਦੀ ਹੈ, ਅੰਦਰੂਨੀ ਤੇ ਬਾਹਰੀ। ਸੋ ਟੈਕਨੀਕਲੀ ਇਹ ਜਿਹੜੇ ਹੈ ਯੂਨੀਅਨ ਦੇ ਹਿੱਸੇ ਨੇ, ਪਾਰਟਸ ਨੇ। That is why it is called Indian Constitution is federal in spirit and unitary in structure। ਤੁਸੀਂ ਦੋਨਾਂ ਦੀਆਂ ਵਿਸ਼ੇਸ਼ਤਾਵਾਂ ਦੱਸ ਕੇ ਮੈਂ ਤੁਹਾਨੂੰ ਦੱਸਿਆ ਸੀ ਕੁਐਸਚਨ ਜਿਹੜਾ ਹੈ ਕਿਸ ਤਰ੍ਹਾਂ ਜਿਹੜਾ ਕਰਨਾ। ਮੈਂ ਹੁਣ ਤੁਹਾਡੇ ਨਾਲ ਜਿਹੜਾ ਹੈਗਾ ਇੱਕ ਜਿਹੜੀ ਹੈ PPT ਜਿਹੜੀ ਹੈ ਉਹ ਸ਼ੇਅਰ ਕਰੂੰਗਾ ਸੈਂਟਰ ਸਟੇਟ ਰਿਲੇਸ਼ਨਸ ਦੇ ਉੱਤੇ। ਆਪਾਂ ਅਗਲਾ ਜਿਹੜਾ ਚੈਪਟਰ ਹੈਗਾ ਉਹ ਸ਼ੁਰੂ ਕਰਨਾ ਹੈਗਾ ਸੈਂਟਰ ਸਟੇਟ ਰਿਲੇਸ਼ਨਸ ਵਾਲਾ। एक मिनट। मैं कर रहा ਤੁਹਾਡੇ ਨਾਲ PPT ਜਿਹੜੀ ਸ਼ੇਅਰ। ਠੀਕ ਹੈ ਜੀ। ਜਦੋਂ ਅਸੀਂ ਫੈਡਰਲਿਜ਼ਮ ਦੇ ਵਿੱਚ ਸੈਂਟਰ ਸਟੇਟ ਰਿਲੇਸ਼ਨਸ ਦੀ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ, ਤੇ ਅਸੀਂ ਇਹਨੂੰ ਦੋ ਤਰ੍ਹਾਂ ਨਾਲ ਡਿਸਕਸ ਕਰ ਸਕਦੇ ਹਾਂ। ਜਾਂ ਇਹਦੀ ਅਸੀਂ ਵਰਕਿੰਗ ਦੇ ਸਕਦੇ ਹਾਂ, ਮਤਲਬ ਵਰਕਿੰਗ ਕਹਿਣ ਦਾ ਮਤਲਬ ਕਿ ਅਸੀਂ ਪੀਰੀਅਡ ਵਾਈਜ਼ ਪੀਰੀਅਡ ਸੈਂਟਰ ਦੇ ਵਿੱਚ ਜਿਹੜੀ ਜਿਸ ਪਾਰਟੀ ਦੀ ਸਰਕਾਰ ਆਈ ਹੈ, ਮੰਨ ਲਓ ਅਗਰ 1952 ਚ ਪਹਿਲਾ ਇਲੈਕਸ਼ਨ ਹੋਇਆ ਸੀ ਭਾਰਤ ਦੇ ਵਿੱਚ,
ਤੇ 1952 ਤੋਂ ਲੈ ਕੇ 1967 ਤੱਕ ਸਿੰਗਲ ਪਾਰਟੀ ਡੋਮੀਨੈਂਸ ਰਹੀ ਸੈਂਟਰ ਔਰ ਸਟੇਟਸ ਦੇ ਵਿੱਚ। ਕਾਂਗਰਸ, ਅਗਰ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਪਾਰਟੀ ਦਾ ਜਿਹੜਾ ਰਾਜ ਰਿਹਾ। ਸੋ ਜਦੋਂ ਫੈਡਰਲਿਜ਼ਮ ਦੀ ਗੱਲ ਹੁੰਦੀ ਹੈ ਇਸ ਈਰਾ ਦੇ ਵਿੱਚ, ਤਾਂ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਨਹੀਂ ਹੁੰਦੀ। ਇਹਦੇ ਵਿੱਚ ਜਿਹੜਾ ਹੈਗਾ ਹੈ, ਕਿਉਂਕਿ ਕੇਂਦਰ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਔਰ ਰਾਜ ਪੱਧਰ ਉੱਤੇ ਵੀ ਕਾਂਗਰਸ ਦੀ ਸਰਕਾਰ ਸੀ, ਇਸ ਕਰਕੇ ਦੋਨਾਂ ਸਥਿਤੀਆਂ ਦੇ ਵਿੱਚ ਜਿਹੜਾ ਰਿਲੇਸ਼ਨ ਸੀਗੇ ਸੈਂਟਰ ਅਤੇ ਸਟੇਟ ਦੇ, ਉਹ ਸੁਧਾਰਪੂਰਨ ਸੀਗੇ, ਜਾਂ ਉਹ ਮਨਮੁਟਾਵ ਵਾਲੇ ਨਹੀਂ ਸੀਗੇ। ਉਹ ਜਿਹੜਾ ਹੈ ਬਿਲਕੁਲ ਸਮੂਥ ਜਿਹੜੇ ਸੀਗੇ ਰਿਲੇਸ਼ਨ ਸੀਗੇ। ਹੁਣ 1967 ਦੇ ਵਿੱਚ ਕੀ ਹੋਇਆ, ਪਹਿਲੀ ਵਾਰੀ ਕੇਰਲਾ ਦੇ ਵਿੱਚ ਨਾਨ ਕਾਂਗਰਸ ਗਵਰਨਮੈਂਟ ਜਿਹੜੀ ਸੀ ਉਹ ਬਣੀ। ਅਗਰ ਸੈਂਟਰਲ ਗਵਰਨਮੈਂਟ ਦੀ ਗੱਲ ਕਰੀਏ ਤਾਂ ਪਹਿਲੀ ਵਾਰੀ ਨਾਨ ਕਾਂਗਰਸ ਗਵਰਨਮੈਂਟ 1977 ਦੇ ਵਿੱਚ ਜਿਹੜੀ ਸੀ ਬਣੀ। ਠੀਕ ਹੈ, ਜਨਤਾ ਪਾਰਟੀ ਦੀ ਸਰਕਾਰ ਬਣੀ। ਜਦੋਂ ਇੰਦਰਾ ਗਾਂਧੀ ਦੀ ਸਰਕਾਰ ਨੇ 1975 ਦੇ ਵਿੱਚ 25 ਜੂਨ ਨੂੰ ਆਂਤਰਿਕ ਆਪਾਤਕਾਲ ਲਗਾ ਦਿੱਤਾ, ਮਤਲਬ ਅੰਦਰੂਨੀ ਜਿਹੜੀ ਸੀ ਐਮਰਜੈਂਸੀ ਲਗਾ ਦਿੱਤੀ। ਉਸ ਤੋਂ ਬਾਅਦ ਜਿਹੜਾ ਹੈ ਇਹ ਸਥਿਤੀ ਹੈ ਉਹ ਜਿਹੜੀ ਸੀਗੀ ਉਹ ਪੈਦਾ ਹੋਈ। ਠੀਕ ਹੈ ਜੀ। ਹੁਣ ਇੱਕ ਮਿੰਟ, ਇੱਕ ਮਿੰਟ, ਕੁਝ ਟੈਕਨੀਕਲ ਪ੍ਰੋਬਲਮ ਆ ਗਈ ਹੈ, ਇਸ ਕਰਕੇ ਮੈਂ ਜਿਹੜਾ ਹੈਗਾ ਇੱਕ ਮਿੰਟ। दोबारा शेयर कर रहे हैं मैं, क्योंकि थोड़ी जी कुछ प्रॉब्लम आ गई सी, इस करके मैं दोबारा शेयर कर रहा हूँ। ठीक है जी। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੈਂ ਉਦੋਂ ਵੀ ਦੱਸਿਆ ਸੀਗਾ ਕਿ ਜਿਹੜਾ ਫੈਡਰਲ ਸਟਰਕਚਰ ਹੁੰਦਾ ਹੈ, is an institutional mechanism to accommodate two sets of polities, one at regional level and other at national level. ਸੋ ਹੁਣ ਜਿਹੜਾ ਸਾਡਾ ਇਸ ਚੈਪਟਰ ਦੇ ਵਿੱਚ ਅਗਲਾ ਕੁਐਸਚਨ ਬਣਦਾ ਹੈ ਰਾਜਾਂ ਅਤੇ ਕੇਂਦਰ ਦੇ ਵਿਚਕਾਰ ਸੰਬੰਧ ਉੱਤੇ ਹੈ। ਸੋ ਉਹਦੇ ਉੱਤੇ ਮੈਂ ਤੁਹਾਨੂੰ ਜਨਰਲ ਓਵਰ ਰਿਵਿਊ ਦੇ ਰਿਹਾ ਆਪਣੇ ਲੈਕਚਰ ਦੇ ਵਿੱਚ, ਇਸ ਦੇ ਵਿੱਚ। ਸੋ ਹੁਣ ਫੈਡਰਲਿਜ਼ਮ ਕੀ ਹੁੰਦਾ ਹੈ, ਇਟ ਇਜ਼ ਅ ਇੰਸਟੀਟਿਊਸ਼ਨਲ ਮੈਕੈਨਿਜ਼ਮ, ਮਤਲਬ ਸੰਸਥਾਗਤ ਜਿਹੜਾ ਹੈ ਕਾਰਜ ਪ੍ਰਣਾਲੀ ਹੈ, ਜਿਹਦੇ ਵਿੱਚ ਦੋ ਤਰ੍ਹਾਂ ਦੀ ਜਿਹੜੀ ਵਿਵਸਥਾ ਜਾਂ ਦੋ ਤਰ੍ਹਾਂ ਦੀ ਰਾਜਨੀਤਿਕ ਵਿਵਸਥਾ ਹੈ ਉਹਦੇ ਵਾਸਤੇ ਜਗ੍ਹਾ ਹੁੰਦੀ ਹੈ। ਇੱਕ ਕੇਂਦਰ ਲੈਵਲ ਉੱਤੇ ਹੁੰਦੀ ਹੈ, ਕੇਂਦਰੀ ਪੱਧਰ ਤੇ ਹੁੰਦੀ ਹੈ, ਦੂਸਰੀ ਜਿਹੜਾ ਹੈ ਰਾਜ ਪੱਧਰ ਤੇ ਹੁੰਦੀ ਹੈ। ਈਚ ਗਵਰਨਮੈਂਟ ਇਜ਼ ਆਟੋਨੋਮਸ ਇਨ ਇਟਸ ਸਫੀਅਰਸ। ਹੁਣ ਈਚ ਗਵਰਨਮੈਂਟ ਜਿਹੜੀ ਆ ਆਪਣੇ ਉਹਨਾਂ ਦਾ ਕਾਰਜ ਖੇਤਰ ਡਿਫਾਈਨ ਹੁੰਦਾ ਹੈ, ਉਹਨਾਂ ਦੀ ਸ਼ਕਤੀਆਂ ਡਿਫਾਈਨ ਹੁੰਦੀਆਂ, ਉਹਦੇ ਅਨੁਸਾਰ ਜਿਹੜੀ ਹੈ ਦੋਨੋਂ ਸੈਟ ਆਫ ਪੋਲਿਟੀਜ਼ ਜਿਹੜੀਆਂ ਹੈ ਉਹ ਕੰਮ ਕਰਦੀਆਂ। They have their own boundaries, institution and some cases constitution and citizenship. ਹੁਣ ਕੁਝ ਜਿਹੜੇ ਫੈਡਰਲ ਸਟਰਕਚਰਸ ਹੁੰਦੇ ਆ, ਜਿੱਦਾਂ ਅਮਰੀਕਾ ਦੀ ਅਗਰ ਗੱਲ ਕਰੀਏ, ਅਮਰੀਕਾ ਦੇ ਵਿੱਚ ਰਾਜਾਂ ਦੀਆਂ ਆਪਣੀਆਂ ਹੱਦਾਂ ਹੈ, ਰਾਜਾਂ ਦੇ ਆਪਣੇ ਸੰਵਿਧਾਨ ਹੈ। ਠੀਕ ਹੈ, ਰਾਜਾਂ ਦੀ ਸਿਟੀਜ਼ਨਸ਼ਿਪ ਵੀ ਅਲੱਗ ਹੈ। ਜੇ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਨਿਊਯਾਰਕ 'ਚ ਰਹਿੰਦਾ ਹੈ ਜਾਂ ਕੈਲੀਫੋਰਨੀਆ 'ਚ ਰਹਿੰਦਾ ਹੈ, ਕੈਲੀਫੋਰਨੀਆ ਰਾਜ ਦੀ ਅਲੱਗ ਉਹਦੇ ਕੋਲ ਨਾਗਰਿਕਤਾ ਹੈ। ਠੀਕ ਹੈ, ਜਿਹੜਾ ਨਿਊਯਾਰਕ 'ਚ ਰਹੇਗਾ ਉਹਦੇ ਕੋਲ ਨਿਊਯਾਰਕ ਰਾਜ ਦੀ ਨਾਗਰਿਕਤਾ ਹੋਏਗੀ। ਇਸੇ ਤਰ੍ਹਾਂ ਅਗਰ ਆਪਾਂ ਗੱਲ ਕਰੀਏ ਸਿਟੀਜ਼ਨਸ਼ਿਪ ਦੀ, ਠੀਕ ਹੈ, ਨੈਸ਼ਨਲ ਲੈਵਲ ਤੇ ਵੀ ਸਿਟੀਜ਼ਨਸ਼ਿਪ ਹੈ ਤਾਂ ਰੀਜਨਲ ਲੈਵਲ ਤੇ ਵੀ ਹੈਗੀ। ਫਿਰ ਉਹਨਾਂ ਸਰਕਾਰਾਂ ਦਾ ਜਿਹੜਾ ਕਾਰਜ ਖੇਤਰ ਹੈ ਉਹ ਵੀ ਪਰਿਭਾਸ਼ਿਤ ਹੈ, ਉਹਨਾਂ ਨੇ ਕੀ ਕੰਮ ਕਰਨੇ ਆ ਉਹ ਵੀ ਪਰਿਭਾਸ਼ਿਤ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਨੂੰ ਜਿਹੜਾ ਹੈਗਾ ਪਰਿਭਾਸ਼ਿਤ ਕੀਤਾ ਗਿਆ ਕਈ ਸੌਰਟ ਆਫ ਜਿਹੜੀਆਂ ਫੈਡਰੇਸ਼ਨ ਹੁੰਦੀਆਂ ਉਹਨਾਂ ਦੇ ਵਿੱਚ। ਹੁਣ ਜਿਹੜੇ ਫੈਡਰਲ ਸਟਰਕਚਰ ਹੈ ਕਈ ਤਰ੍ਹਾਂ ਦੇ ਹੁੰਦੇ, ਇਹ ਮੈਂ ਤੁਹਾਨੂੰ ਇੱਕ ਜਰਨਲ ਜਿਹੜਾ ਇਹਦੇ ਤੇ ਡਿਸਕਸ਼ਨ ਕਰ ਰਿਹਾ ਤਾਂ ਕਿ ਤੁਹਾਨੂੰ ਪਹਿਲੇ ਜਿਹੜੇ ਇਹਦੇ ਨਾਲ ਰਿਲੇਟਡ ਜਿਹੜੀਆਂ ਟਰਮਸ ਹੈ ਉਹ ਕਲੀਅਰ ਹੋ ਜਾਣ, ਉਸ ਤੋਂ ਬਾਅਦ ਜਿਹੜਾ ਆਪਾਂ ਕੁਐਸਚਨ ਵੱਲ ਆਪਣੇ ਵੱਲ ਜਿਹੜਾ ਹੈ ਵਧਾਂਗੇ। ਡਿਊਅਲ ਫੈਡਰਲਿਜ਼ਮ,
दोहरी संघात्मक व्यवस्था, एसिमेट्रिक फेडरलिज्म, कोऑपरेटिव फेडरलिज्म, कंपीटिटिव फेडरलिज्म और क्रिएटिव फेडरलिज्म। ਇਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੈਡਰਲਿਜ਼ਮ ਹਨ, ਜਦੋਂ ਅਸੀਂ ਕਿਸੇ ਦੇਸ਼ ਦੇ ਸੰਘੀਏ ਢਾਂਚੇ ਦੀ ਵਿਵਸਥਾ ਨੂੰ ਦੇਖਦੇ ਹਾਂ, ਸੰਘੀਏ ਢਾਂਚੇ ਬਾਰੇ ਜਿਹੜਾ ਹੈਗਾ ਗੱਲ ਕਰਦੇ ਹਾਂ, ਤਾਂ ਉਹ ਸੰਘੀਏ ਢਾਂਚੇ ਦਾ ਜਿਹੜਾ ਸਵਰੂਪ ਹੈ ਉਹ ਅਲੱਗ-ਅਲੱਗ ਇੱਕੋ ਜਿਹਾ ਸਵਰੂਪ ਨਹੀਂ ਹੈ। ਹੁਣ ਭਾਰਤ ਦੇ ਵਿੱਚ ਹੀ ਅਗਰ ਅਸੀਂ ਗੱਲ ਕਰੀਏ, ਅਗਰ ਭਾਰਤ ਦੇ ਵਿੱਚ ਅਸੀਂ ਫੈਡਰਲਿਜ਼ਮ ਦੀ ਵਰਕਿੰਗ ਦੇਖੀਏ 1952 ਤੋਂ ਲੈ ਕੇ 1967 ਤੱਕ, ਤੇ देयर वाज ਕੰਪੀਟੀਟਿਵ ਫੈਡਰਲਿਜ਼ਮ, ਕੰਪੀਟੀਟਿਵ ਨਹੀਂ ਕੋਆਪਰੇਟਿਵ ਫੈਡਰਲਿਜ਼ਮ, ਕਿਉਂਕਿ ਕੇਂਦਰ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਰਾਜ ਪੱਧਰ ਉੱਤੇ ਵੀ ਕਾਂਗਰਸ ਦੀ ਸਰਕਾਰ ਸੀ। ਇਸ ਕਰਕੇ ਜਿਹੜਾ ਸੀ ਕਿਸੇ ਤਰ੍ਹਾਂ ਦਾ ਮਨ ਮੁਟਾਵ ਨਹੀਂ ਸੀ। ਇਹ ਨਹੀਂ ਸੀਗਾ ਕਿ ਉਹਦੇ ਵਿੱਚ ਜਿਹੜੇ ਪ੍ਰਾਂਤਾਂ ਸੀਗੀਆਂ ਉਹਨਾਂ ਨੂੰ ਕੋਈ ਪ੍ਰੋਬਲਮਸ ਨਹੀਂ ਸੀ। ਇਹ ਸੀਗਾ ਕਿ ਉਹਨਾਂ ਦੀ ਪ੍ਰੋਬਲਮ ਜਲਦੀ ਸੁਣ ਲਈ ਜਾਂਦੀ ਸੀ, ਕਿਉਂਕਿ ਇੱਕੋ ਹੀ ਪਾਰਟੀ ਦੀ ਸਰਕਾਰ ਸੀ। ਫਿਰ ਕੰਪੀਟੀਟਿਵ ਫੈਡਰਲਿਜ਼ਮ ਅੱਜ ਦਾ ਜਿਹੜਾ ਯੁੱਗ ਹੈ ਭਾਰਤ ਦੇ ਵਿੱਚ, ਅਗਰ ਅਸੀਂ 1977 ਤੋਂ ਗੱਲ ਕਰੀਏ ਹੁਣ ਤੱਕ, ਤੇ 1977 ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜਾ ਹੈ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ, ਵੱਖ-ਵੱਖ ਪਾਰਟੀ ਦੀਆਂ ਸਰਕਾਰਾਂ, ਇੱਕ ਪਾਰਟੀ ਦੀ ਮੋਨੋਪੋਲੀ ਨਹੀਂ ਰਹੀ, ਇੱਕ ਪਾਰਟੀ ਦੀ ਡੋਮੀਨੈਂਸ ਨਹੀਂ ਰਹੀ। ਠੀਕ ਹੈ, ਪਿਛਲੇ 10 ਸਾਲਾਂ ਦੀ ਅਗਰ ਅਸੀਂ ਗੱਲ ਕਰੀਏ 14 ਤੋਂ ਲੈ ਕੇ ਹੁਣ ਤੱਕ 21 ਤੱਕ 6-7 ਸਾਲਾਂ ਦੀ ਅਗਰ ਗੱਲ ਕਰੀਏ, ਤਾਂ ਬੀਜੇਪੀ ਜਿਹੜਾ ਹੈ ਸੈਂਟਰ ਦੇ ਵਿੱਚ ਉਹਦੀ ਸਰਕਾਰ ਚੱਲ ਰਹੀ ਹੈ 7 ਸਾਲਾਂ। ਸੋ ਕੁਝ ਸਟੇਟਸ ਤਾਂ ਜਿਹੜੀਆਂ ਹੁਣ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੀ ਹੈ ਬੀਜੇਪੀ ਦੀ ਸਰਕਾਰ ਹੈ। ਠੀਕ ਹੈ, ਉੱਥੇ ਜਿਹੜੀਆਂ ਉਹਨਾਂ ਦੀਆਂ ਰਾਜ ਸਰਕਾਰਾਂ ਦੇ ਨਾਲ ਕੇਂਦਰ ਸਰਕਾਰ ਦਾ ਕੋਈ ਟਕਰਾਵ ਨਹੀਂ। ਸੋ ਉੱਥੇ ਕਿਸ ਕਿਸਮ ਦਾ ਫੈਡਰਲਿਜ਼ਮ ਚੱਲ ਰਿਹਾ, ਕੋਆਪਰੇਟਿਵ ਚੱਲ ਰਿਹਾ। ਹੁਣ ਜਿਨ੍ਹਾਂ ਸਟੇਟਾਂ ਦੇ ਵਿੱਚ ਕਿਸੇ ਦੂਸਰੀ ਪਾਰਟੀ ਦੀ ਸਰਕਾਰ ਹੈ, ਜਿੱਦਾਂ ਪੰਜਾਬ 'ਚ ਆਪਾਂ ਗੱਲ ਕਰੀਏ, ਕੇਰਲਾ 'ਚ ਆਪਾਂ ਗੱਲ ਕਰੀਏ, ਸਭ ਤੋਂ ਵੱਡੀ ਐਗਜ਼ਾਮਪਲ ਵੈਸਟ ਬੰਗਾਲ ਦੇ ਵਿੱਚ ਜਿਹੜਾ ਕੰਪੀਟੀਟਿਵ ਜਿਹੜਾ ਹੈ ਫੈਡਰਲਿਜ਼ਮ ਚੱਲ ਰਿਹਾ ਹੈ। ਜਿਹੜੀ ਹੈ ਮਮਤਾ ਬੈਨਰਜੀ ਹੈਗੀ ਆ ਉੱਥੇ, ਉਹਦੀ ਕੇਂਦਰ ਸਰਕਾਰ ਨਾਲ ਜਿਹੜੀ ਹੈ ਨਹੀਂ ਬਣਦੀ, ਕੇਂਦਰ ਸਰਕਾਰ ਨਾਲ ਉਹਦੀ ਜਿਹੜੀ ਹੈ ਬਿਲਕੁਲ ਨਹੀਂ ਬਣਦੀ ਪਈ। ਇਸ ਕਰਕੇ ਜਿਹੜੀਆਂ ਸੈਟਅਪ ਸਕੀਮ ਸੈਂਟਰਲ ਗਵਰਨਮੈਂਟ ਨੇ ਚਲਾਈਆਂ ਉਹਨੂੰ ਉਹ ਲਾਗੂ ਨਹੀਂ ਕਰਨਾ। ਉਹਨੇ ਉੱਦਾਂ ਦੀਆਂ ਜਿਹੜੀਆਂ ਸਿਮਿਲਰ ਸਕੀਮਸ ਹੈਗੀਆਂ ਸਟੇਟ ਗਵਰਨਮੈਂਟ ਨੇ ਆਪਣੀਆਂ ਸ਼ੁਰੂ ਕੀਤੀਆਂ, ਸੋ ਉਹ ਕੰਪੀਟ ਕਰ ਰਹੀ ਹੈ ਮਤਲਬ ਸੈਂਟਰ ਗਵਰਨਮੈਂਟ। ਠੀਕ ਹੈ, ਸੋ ਇਹ ਦੋ ਤਰ੍ਹਾਂ ਦੇ ਫੈਡਰਲਿਜ਼ਮ, ਏਸਿਮੈਟ੍ਰਿਕ ਦੇਖਣਾ ਪਊਗਾ ਸਾਨੂੰ ਕੀ ਹੁੰਦਾ। ਠੀਕ ਹੈ ਜੀ, ਟ੍ਰੈਡੀਸ਼ਨਲ ਫੈਡਰਲ ਕੰਟਰੀਜ਼ ਕਿਹੜੀਆਂ ਕਿਹੜੀਆਂ ਵਿਸ਼ਵ ਦੇ ਵਿੱਚ? ਹੁਣ ਫੀਚਰਸ ਕਿਹੜੇ ਕਿਹੜੇ ਹੁੰਦੇ ਫੈਡਰਲ ਸਿਸਟਮ ਦੇ? ਸੈਪਰੇਟ ਆਇਡੈਂਟੀਟੀ ਦਾ ਫੀਚਰ ਹੋ ਗਿਆ, ਰਿਟਨ ਕਨਸਟੀਟਿਊਸ਼ਨ ਦਾ ਫੀਚਰ ਹੋ ਗਿਆ, ਡਿਸਟ੍ਰੀਬਿਊਸ਼ਨ ਆਫ ਪਾਵਰ ਦਾ ਫੀਚਰ ਹੋ ਗਿਆ, ਫਿਰ ਇੰਡੀਪੈਂਡੈਂਟ ਆਫ ਜੁਡੀਸ਼ਰੀ, ਇੰਡੀਪੈਂਡੈਂਸ ਆਫ ਜੁਡੀਸ਼ਰੀ ਕਹਿ ਲਓ ਤੁਸੀਂ, ਜਾਂ ਇੰਡੀਪੈਂਡੈਂਟ ਜੁਡੀਸ਼ਰੀ ਕਹਿ ਲਓ, ਉਹਦਾ ਜਿਹੜਾ ਉਹਦਾ ਫੀਚਰ ਹੋ ਗਿਆ। ਫਿਰ ਡਿਊਅਲ ਸਿਟੀਜ਼ਨਸ਼ਿਪ ਦੀ ਗੱਲ ਹੋ, ਜਿਹੜੇ ਟਰੂ ਫੈਡਰੇਸ਼ਨ ਹੈ। ਟ੍ਰੈਡੀਸ਼ਨਲੀ ਕਿਹੜੀਆਂ ਕਿਹੜੀਆਂ ਫੈਡਰਲ ਕੰਟਰੀਜ਼ ਹੈਗੀਆਂ? USA, ਫਾਰਮਰ USSR, ਕੈਨੇਡਾ, ਆਸਟ੍ਰੇਲੀਆ, ਇੰਡੀਆ। ਫੈਡਰਲ ਕੰਟਰੀਜ਼ ਦੇ ਵਿੱਚ ਇੰਡੀਆ ਨੂੰ ਰੱਖਿਆ ਗਿਆ। ਫਿਰ ਨਿਊ ਐਡੀਸ਼ਨਸ ਕਿਹੜੀਆਂ ਕਿਹੜੀਆਂ? ਨਾਈਜੀਰੀਆ ਹੈਗਾ, ਸ਼੍ਰੀਲੰਕਾ ਹੈਗਾ ਤੇ ਸਾਊਥ ਅਫਰੀਕਾ ਹੈਗਾ। ਹੁਣ ਮੈਂ ਆਪਣੀ ਜਿਹੜਾ ਅਗਲੀ ਸਲਾਈਡ ਵੱਲ ਵੱਧਦਾ ਹੈ। ਠੀਕ ਹੈ, ਇਹ ਜਿਹੜੀ PPT ਹੈਗੀ ਹੈ ਬਹੁਤ ਵਧੀਆ ਹੈ। ਇਹਦੇ ਵਿੱਚ ਵੱਖ-ਵੱਖ ਜਿਹੜੇ ਕੰਟਰੀਜ਼ ਹੈ ਉਹਦੀਆਂ ਉਦਾਹਰਨਾਂ ਦੇ ਕੇ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈ ਫੈਡਰਲ ਵਰਕਿੰਗ ਆਫ ਫੈਡਰਲ ਸਿਸਟਮ ਨੂੰ ਜਿਹੜਾ ਹੈਗਾ ਉਹ ਦੱਸਿਆ ਹੋਇਆ। ਸੋ ਮੈਂ ਜਿਹੜਾ ਅੱਜ ਦਾ ਮੁੱਖ ਪ੍ਰਸ਼ਨ ਹੈਗਾ ਉਹਦੇ ਤੇ ਆਉਣਾ ਹੈ। ਅਸੀਂ ਜਿਹੜਾ ਸੈਂਟਰ ਸਟੇਟ ਰਿਲੇਸ਼ਨਸ ਜਦੋਂ ਉਹਨੂੰ ਡਿਸਕਸ ਕਰਨਾ ਹੈ, ਤਾਂ ਉਹ ਸੈਂਟਰਲ ਸਟੇਟ ਰਿਲੇਸ਼ਨਸ ਨੂੰ ਅਸੀਂ 3 ਹਿੱਸਿਆਂ ਦੇ ਵਿੱਚ ਜਿਹੜਾ ਹੈਗਾ ਵੰਡਣਾ। 3 ਹਿੱਸਿਆਂ 'ਚ ਵੰਡਣਾ ਹੈ: ਪ੍ਰਸ਼ਾਸਨਿਕ ਸੰਬੰਧ, ਵਿਧਾਨਿਕ ਸੰਬੰਧ ਅਤੇ ਵਿੱਤੀ ਸੰਬੰਧ। ਠੀਕ ਹੈ, ਇਹ 3 ਆਧਾਰ ਉੱਤੇ ਅਸੀਂ ਜਿਹੜੇ ਹੈ ਰਿਲੇਸ਼ਨਸ ਹੈ ਉਹਨੂੰ ਅਸੀਂ ਡਿਫਾਈਨ ਵੀ ਕਰਨਾ ਹੈ, ਔਰ ਉਹਨੂੰ ਜਿਹੜਾ ਹੈਗਾ ਅਸੀਂ ਉਹਦੇ ਉੱਤੇ ਜਿਹੜੀ ਹੈ ਚਰਚਾ ਵੀ ਜਿਹੜੀ ਹੈਗੀ ਹੈ ਕਰਨੀ। ਸੋ ਮੈਂ ਹੁਣ ਜਿਹੜਾ ਹੈਗਾ ਥੋੜਾ ਜਿਹਾ ਕੁਐਸਚਨ ਆਪਾਂ ਜਿਹੜਾ ਹੈ ਪ੍ਰਮੁੱਖ ਕੁਐਸਚਨ ਜਿਹੜਾ ਬਣਦਾ ਹੈ
ਉਹ ਜਿਹੜਾ ਹੈਗਾ ਆਪਾਂ ਸ਼ੁਰੂ ਜਿਹੜਾ ਹੈਗਾ ਉਹ ਕਰਾਂਗੇ। ਹੁਣ ਉਸ ਤੋਂ ਪਹਿਲਾਂ ਇੱਕ ਕੁਐਸਚਨ ਹੋਰ ਬਣਦਾ ਹੈਗਾ ਹੈ, यूनिटरी एलिमेंट्स ऑफ इंडियन कॉन्स्टिट्यूशन और एलिमेंट्स ऑफ सेंट्रलाइजेशन। अगर ਤੁਹਾਨੂੰ ਪੁੱਛ ਲੈਣ ਇਹ ਕੁਐਸਚਨ ਆਪਾਂ ਜਦੋਂ ਆਪਾਂ ਯੂਨਿਟਰੀ ਫੀਚਰਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਜਿਹੜਾ ਹੈਗਾ ਇਕਾਤਮਕ ਵਿਸ਼ੇਸ਼ਤਾਵਾਂ ਦੀ ਗੱਲ ਕਰੀਦੀ ਹੈ, ਜਿਹੜੇ ਜਾਂ ਇਕਾਤਮਕ ਜਿਹੜੇ ਤੱਤ ਸਾਡੇ ਸੰਵਿਧਾਨ ਦੇ ਵਿੱਚ ਪਾਏ ਜਾਂਦੇ ਆ, ਸੋ ਅਗਰ ਉਹ ਪੁੱਛ ਲੈਣ ਤੁਹਾਨੂੰ ਐਲੀਮੈਂਟਸ ਆਫ ਸੈਂਟਰਲਾਈਜੇਸ਼ਨ, ਐਲੀਮੈਂਟਸ ਆਫ ਸੈਂਟਰਲਾਈਜੇਸ਼ਨ ਦਾ ਮਤਲਬ ਕੇਂਦਰੀਕਰਨ ਦੇ ਤੱਤ, ਤਾਂ ਜਿਹੜੀਆਂ ਇਕਾਤਮਕ ਵਿਸ਼ੇਸ਼ਤਾਵਾਂ ਹੈ ਭਾਰਤ ਦੇ ਸੰਵਿਧਾਨ ਦੇ, ਉਹੀ ਤੁਸੀਂ ਲਿਖਣੀਆਂ ਨੇ। ਠੀਕ ਹੈ, ਮੈਂ ਕਲੀਅਰ ਕਰਦਾ ਤੁਹਾਨੂੰ, ਉਹਦੇ ਵਿੱਚ ਜਿਹੜਾ ਹੈ ਤੁਸੀਂ ਇਹ ਚੀਜ਼ ਜਿਹੜੀ ਹੈ ਉਹ ਲਿਖਣੀ। ਹੁਣ ਜਦੋਂ ਆਪਾਂ ਸੈਂਟਰ ਸਟੇਟ ਰਿਲੇਸ਼ਨਸ ਦੀ ਗੱਲ ਕਰਨੀ ਹੈ, ਹੁਣ ਜਿਹੜੇ ਯੂਨੀਅਨ ਅਤੇ ਸਾਡੇ ਪ੍ਰਾਂਤ ਹੈਗੇ ਆ ਜਾਂ ਸਟੇਟਸ ਹੈਗੇ ਆ, ਉਸ ਸੰਵਿਧਾਨ ਦਾ 11ਵਾਂ ਅਧਿਆਇ ਹੈਗਾ ਜਿਹਦੇ ਵਿੱਚ ਸੈਂਟਰ ਸਟੇਟ ਰਿਲੇਸ਼ਨਸ ਦਾ ਮੈਂਸ਼ਨ ਜਿਹੜਾ ਹੈ ਉਹ ਕੀਤਾ। ਹੁਣ ਜਦੋਂ ਆਪਾਂ ਸਾਹਮਣੇ ਪਹਿਲਾਂ ਅਸੀਂ ਲੈਜਿਸਲੇਟਿਵ ਰਿਲੇਸ਼ਨਸ ਦੀ ਗੱਲ ਕਰਨੀ ਹੈ, ਇਹਨੂੰ ਆਪਾਂ ਕਹਿੰਦੇ ਵਿਧਾਨਿਕ ਸੰਬੰਧ। ਇਹਦੇ ਵਿੱਚ ਸਭ ਨਾਲੋਂ ਪਹਿਲਾਂ ਅਸੀਂ ਸ਼ਕਤੀਆਂ ਦੀ ਵੰਡ ਦੀ ਗੱਲ ਕਰੀਏ ਕਿ ਕਿਹੜੀਆਂ ਕਿਹੜੀਆਂ ਸ਼ਕਤੀਆਂ ਕੇਂਦਰ ਸਰਕਾਰ ਕੋਲ ਹੈ, ਕਿਹੜੀਆਂ ਕਿਹੜੀਆਂ ਸ਼ਕਤੀਆਂ ਜਿਹੜੀਆਂ ਹੈ ਉਹ ਰਾਜ ਸਰਕਾਰਾਂ ਕੋਲ ਹੈ ਜਿਹਦੇ ਉੱਤੇ ਉਹ ਕਾਨੂੰਨ ਬਣਾ ਸਕਦੀਆਂ, ਔਰ ਕਿਹੜੀਆਂ ਕਿਹੜੀਆਂ ਜਿਹੜੀਆਂ ਸ਼ਕਤੀਆਂ ਹੈ ਉਹ ਦੋਨਾਂ ਕੋਲ ਨੇ, ਕੇਂਦਰ ਸਰਕਾਰ ਕੋਲ ਵੀ ਨੇ ਔਰ ਰਾਜ ਸਰਕਾਰਾਂ ਕੋਲ ਵੀ ਨੇ, ਜਿਨ੍ਹਾਂ ਉੱਤੇ ਜਿਹੜਾ ਹੈ ਕਾਨੂੰਨ ਜਿਹੜਾ ਹੈ ਉਹ ਬਣਾਇਆ ਜਿਹੜਾ ਹੈ ਜਾ ਸਕਦਾ। ਠੀਕ ਹੈ ਜੀ। ਹੁਣ ਜਿਹੜੀ ਪਹਿਲੀ ਸੂਚੀ ਹੈ ਉਹਨੂੰ ਅਸੀਂ ਕੇਂਦਰੀ ਸੂਚੀ ਜਾਂ ਯੂਨੀਅਨ ਲਿਸਟ ਕਹਿੰਦੇ। ਜਿਹੜਾ ਯੂਨੀਅਨ ਲਿਸਟ ਹੈ, ਜਦੋਂ ਭਾਰਤ ਦਾ ਸੰਵਿਧਾਨ ਬਣਿਆ ਸੀਗਾ, ਇਹਦੇ ਵਿੱਚ ਕੁੱਲ ਵਿਸ਼ਿਆਂ ਦੀ ਸੰਖਿਆ 97 ਸੀਗੀ। ਫਿਰ 42ਵਾਂ ਸੰਵਿਧਾਨਿਕ ਸੰਸ਼ੋਧਨ ਹੋਇਆ 1976 ਦੇ ਵਿੱਚ, ਜਿਸ ਰਾਹੀਂ ਜਿਹੜਾ ਸੀਗਾ ਇੱਕ ਹੋਰ ਵਿਸ਼ੇ ਨੂੰ ਇਹਦੇ ਵਿੱਚ ਜੋੜਿਆ ਗਿਆ। ਹੁਣ ਕੇਂਦਰੀ ਸੂਚੀ ਦੇ ਵਿੱਚ ਟੋਟਲ ਵਿਸ਼ਿਆਂ ਦੀ ਗਿਣਤੀ 98 ਹੈ, 98 ਸਬਜੈਕਟਸ ਹੈਗੇ ਆ ਜਿਨ੍ਹਾਂ ਉੱਤੇ ਸੈਂਟਰਲ ਗਵਰਨਮੈਂਟ ਹੋਲੀ ਸੋਲੀ ਕਾਨੂੰਨ ਬਣਾ ਸਕਦੀ ਹੈ। ਠੀਕ ਹੈ ਜੀ। ਹੁਣ ਕਿਹੜੇ ਕਿਹੜੇ ਪ੍ਰਮੁੱਖ ਵਿਸ਼ੇ ਹੈ ਜਿਨ੍ਹਾਂ ਉੱਤੇ ਸੈਂਟਰਲ ਗਵਰਨਮੈਂਟ ਕਾਨੂੰਨ ਬਣਾ ਸਕਦੀ ਹੈ, ਜਿੱਦਾਂ ਇਹਦੇ ਵਿੱਚ ਆ ਜਾਂਦਾ ਹੈ ਡਿਫੈਂਸ, ਡਿਫੈਂਸ ਨੂੰ ਆਪਾਂ ਕਹਿੰਦੇ ਆ ਰੱਖਿਆ, ਫਿਰ ਫੋਰਨ ਅਫੇਅਰਸ ਵਿਦੇਸ਼ੀ ਮਾਮਲੇ, ਫਿਰ ਰੇਲਵੇ, ਫਿਰ ਪੋਸਟ ਅਤੇ ਟੈਲੀਗ੍ਰਾਫ, ਫਿਰ ਟੈਲੀਫੋਨ, ਕਰੰਸੀ, LIC, बैंक्स, फॉरेन ट्रेड एंड शिपिंग एंड ब्रॉडकास्टिंग एंड इंफॉर्मेशन, पेटेंट एंड कॉपीराइट एंड एटॉमिक एनर्जी। ये कुछ प्रमुख विषय है जिन्हां उत्ते केवल जिहड़ी केंद्रीय सरकार है वो ही कानून है। हुण राज्य सूची उत्ते आने आपां स्टेट लिस्ट जिहनूं कहंदे हैं। ਜਦੋਂ ਸੰਵਿਧਾਨ ਬਣਿਆ ਸੀਗਾ ਉਸ ਵੇਲੇ 66 ਵਿਸ਼ੇ ਸੀ ਇਹਦੇ ਵਿੱਚ, ਫਿਰ 42ਵਾਂ ਸੰਸ਼ੋਧਨ ਹੋਇਆ 1976 ਦੇ ਵਿੱਚ, ਤੇ ਇਸ ਸੂਚੀ ਦੇ ਵਿੱਚੋਂ 4 ਵਿਸ਼ਿਆਂ ਨੂੰ ਕੱਢ ਕੇ ਜਿਹੜਾ ਸੀਗਾ ਉਹ ਸਾਮਵਰਤੀ ਸੂਚੀ ਜਾਂ ਕੰਕਰੈਂਟ ਲਿਸਟ ਚ ਪਾਇਆ ਗਿਆ। ਕਿਹੜੇ ਕਿਹੜੇ ਵਿਸ਼ੇ ਕੱਢੇ ਗਏ? ਐਜੂਕੇਸ਼ਨ, ਫੋਰੈਸਟ, protection of wildlife and weeds and measures have been excluded, मतलब इन्हां विषयां नूं कढ के सामवर्ती सूची दे विच पाया गया। हुण मतलब पहले किन्ने सी 66 तो 4 गए 62 विषय ने। हुण जिहड़ा है जिहड़ी स्टेट लिस्ट है जिहड़ी राज्य सूची है इहदे विच प्रमुख विषय किहड़े-किहड़े आंदे ने? इहदे विच प्रमुख विषय आंदे हैं लॉ एंड ऑर्डर आ जांदा जी, पुलिस आ जाता है, जेलां आ जांदियां, एग्रीकल्चर आ जाता है, इरीगेशन आ जाते हैं, फॉरेस्ट आ जाते हैं, पब्लिक हैल्थ आ जाती है, एजुकेशन आ जाती है, लोकल सेल्फ गवर्नमेंट आ जाती है। ठीक है जी। होर लास्ट बट नॉट लीस्ट इहदे विच लैंड रेवन्यू अते एनिमल हसबेंडरी आ जाती। ये सारे विषयां उत्ते केवल जिहड़ियां राज्य सरकारां है वो कानून जिहड़ा है वो बना सकदियां। उस तो बाद जे अगे असीं गल करिए सामवर्ती सूची। हुण जदों संविधान बनिया सी, जदों संविधान की रचना की गई सी, when constitution was framed, then there were 47
ਸਬਜੈਕਟਸ ਇਨ ਦਿਸ ਲਿਸਟ। ਹੁਣ ਕੁਝ ਬੱਚੇ ਇੰਗਲਿਸ਼ ਮੀਡੀਅਮ ਤੇ ਵੀ ਹੈਗੇ ਆਪਣੀ ਕਲਾਸ ਦੇ ਵਿੱਚ, ਸੋ ਇਸ ਕਰਕੇ ਮੈਂ ਵਿੱਚ ਥੋੜਾ ਜਿਹੜਾ ਹੈ ਇੰਗਲਿਸ਼ ਦੇ ਵਿੱਚ ਵੀ ਜਿਹੜਾ ਹੈ ਬੋਲਦਾ। 47 ਸੀਗੇ ਜੀ, 4 ਵਿਸ਼ੇ ਜਿਹੜੇ ਸੀਗੇ ਉਹ ਕਿਹਦੇ ਚੋਂ ਕੱਢੇ ਆਪਾਂ, ਉਹ ਰਾਜ ਸੂਚੀ ਚੋਂ ਕੱਢ ਕੇ ਜਿਹੜਾ ਸੀਗਾ ਸਾਮਵਰਤੀ ਸੂਚੀ ਚ ਪਾਏ। ਸੋ ਇਹਦਾ ਮਤਲਬ 47 ਐਂਡ 4 ਬਿਕਮਸ 52। ਜਿਹੜੇ 52 ਵਿਸ਼ੇ ਹੈ ਹੁਣ ਇਸ ਵੇਲੇ ਉਹਨਾਂ ਉੱਤੇ ਕੇਂਦਰ ਸਰਕਾਰ ਐਜ਼ ਵੈਲ ਐਜ਼ ਰਾਜ ਸਰਕਾਰਾਂ ਜਿਹੜਾ ਹੈ ਕਾਨੂੰਨ ਬਣਾ ਸਕਦੀਆਂ। ਠੀਕ ਹੈ, ਕਿਹੜੇ ਕਿਹੜੇ ਵਿਸ਼ੇ ਆਉਂਦੇ ਜੀ ਇਹਦੇ ਵਿੱਚ? ਪੀਨਲ ਕੋਡ ਆ ਜਾਂਦਾ ਜੀ, ਮੈਰਿਜ ਆ ਜਾਂਦੀ ਹੈ, ਡਿਵੋਰਸ ਆ ਜਾਂਦਾ ਹੈ, ਫਿਰ ਪ੍ਰੈਸ ਆ ਜਾਂਦੀ ਹੈ, ਨਿਊਜ਼ਪੇਪਰਸ ਆ ਜਾਂਦੇ ਹੈ, ਲੇਬਰ ਯੂਨੀਅਨਸ ਆ ਜਾਂਦੀਆਂ, ਲੇਬਰ ਵੈਲਫੇਅਰ ਆ ਜਾਂਦੀ ਹੈ, ਸੋਸ਼ਲ ਵੈਲਫੇਅਰ ਆ ਜਾਂਦੀ ਹੈ। ਠੀਕ ਹੈ ਜੀ, ਫਿਰ ਪਲੈਨਿੰਗ ਆ ਜਾਂਦੀ ਹੈ, ਰਜਿਸਟ੍ਰੇਸ਼ਨ ਆ ਜਾਂਦੀ ਹੈ, ਅਡਲਟ੍ਰੇਸ਼ਨ ਇਨ ਫੂਡ ਸਟਫਸ ਆ ਜਾਂਦੀ ਹੈ, ਡਿਟੈਂਸ਼ਨ ਹੋ ਜਾਂਦੀ ਹੈ। ਠੀਕ ਹੈ ਜੀ, ਇਹ ਸਾਰੇ ਵਿਸ਼ੇ ਜਿਹੜੇ ਹੈ ਉਹ ਇਹਦੇ ਵਿੱਚ ਜਿਹੜੇ ਹੈ ਆ ਜਾਂਦੇ ਆ, ਜਾਂ ਇਹਨਾਂ ਨੂੰ ਇਹਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਗਿਆ। ਪਰ ਜਿਹੜੀਆਂ ਬਕਾਇਆ ਸ਼ਕਤੀਆਂ ਹੈ ਉਹ ਕੇਂਦਰ ਸਰਕਾਰ ਨੂੰ ਜਿਹੜਾ ਹੈ ਦਿੱਤੀਆਂ ਗਈਆਂ। ਸੋ ਮੈਂ ਅੱਜ ਦਾ ਲੈਕਚਰ ਆਪਣਾ ਇੱਥੇ ਹੀ ਖਤਮ ਕਰਦਾ, ਔਰ ਕੱਲ ਨੂੰ ਇਸ ਲੈਕਚਰ ਨੂੰ ਹੋਰ ਅੱਗੇ ਵਧਾਵਾਂਗੇ ਜਾਂ ਕੱਲ ਨੂੰ ਇਹਦੇ ਉੱਤੇ ਹੋਰ ਚਰਚਾ ਕਰਾਂਗੇ। ਥੈਂਕ ਯੂ ਫॉर ਅਟੈਂਡਿੰਗ।